अनमोल वचन। साजी और नवाजी गुरु प्यारी साध संगत जी, वाहिगुरु जी का खालसा, वाहिगुरु जी की फतेह। आप जी सरवण कर रहे से गुरु अर्जन साहब महाराज जी ने किस प्रकार सिੱਖੀ ਦੇ महान कारज ਕੀਤੇ। ਭਾਵੇਂ ਕਿ ਗੁਰਤਾ ਗੱਦੀ ਤੇ ਬੈਠਣ ਤੋਂ ਲੈ ਕੇ ਸ਼ਹਾਦਤ ਤੱਕ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਿਰੋਧ ਦਾ ਸਾਹਮਣਾ ਕਰਨਾ ਪਿਆ। ਘਰ ਦੇ ਵਿੱਚੋਂ ਬਾਬਾ ਪ੍ਰਿਥੀ ਚੰਦ ਨੇ ਵਿਰੋਧ ਕੀਤਾ। ਗੁਰੂ ਘਰ ਦੇ ਵਿਰੋਧੀ ਲੋਕ, ਜਾਤ ਅਭਿਮਾਨੀ ਲੋਕ, ਰਾਜਨੀਤਿਕ ਲੋਕ ਇਤਿਆਦਿਕ ਉਹਨਾਂ ਸਾਰਿਆਂ ਨੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਹੁਤ ਸਾਰਾ ਵਿਰੋਧ ਕੀਤਾ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿੱਥੇ ਸਿੱਖੀ ਦੇ ਹੋਰ ਮਹਾਨ ਕਾਰਜ ਕੀਤੇ, ਸ਼੍ਰੀ ਹਰਿਮੰਦਰ ਸਾਹਿਬ ਬਣਵਾਉਣਾ, ਉੱਥੇ ਨਾਲ ਹੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਉਣੀ, ਵੱਖ-ਵੱਖ ਥਾਵਾਂ ਦੇ ਉੱਪਰ ਨਵੇਂ ਨਗਰ ਵਸਾਉਣੇ। ਜਿਸ ਵਕਤ ਆਪ ਜੀ ਨੇ ਸਰਵਣ ਕੀਤਾ ਹੈ ਕਿ ਬਾਲ ਉਮਰ ਦੇ ਵਿੱਚ, ਛੋਟੀ ਉਮਰ ਦੇ ਵਿੱਚ ਖੇਡਦਿਆਂ ਹੋਇਆਂ ਜਦੋਂ ਨਾਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਿੰਘਾਸਨ ਨੂੰ ਹੱਥ ਪਾਇਆ ਸੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਦੋਹਤਾ ਬਾਣੀ ਕਾ ਬੋਹਿਤਾ, ਇਹ ਮੇਰਾ ਦੋਹਤਾ ਬਾਣੀ ਦਾ ਜਹਾਜ਼ ਹੋਵੇਗਾ। ਇਸੇ ਤਰ੍ਹਾਂ ਨਾਲ ਹੋਇਆ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚਮੁੱਚ ਬਾਣੀ ਦਾ ਜਹਾਜ਼ ਬਣੇ। ਜਿੱਥੇ ਉਹਨਾਂ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਈ, ਉੱਥੇ ਨਾਲ ਹੀ ਆਪ ਵੀ ਸਤਿਗੁਰੂ ਨੇ ਬਹੁਤ ਸਾਰੀ ਗੁਰਬਾਣੀ ਜਿਹੜੀ ਆ ਉਹ ਉਚਾਰਨ ਕੀਤੀ। ਤਕਰੀਬਨ ਜਿੰਨੇ ਗੁਰੂ ਸਾਹਿਬਾਨ ਹੈ ਉਹਨਾਂ ਸਾਰਿਆਂ ਤੋਂ ਵੱਧ ਗੁਰਬਾਣੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਨੁਸਾਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ 30 ਰਾਗਾਂ ਦੇ ਵਿੱਚ ਗੁਰਬਾਣੀ ਉਚਾਰਨ ਕੀਤੀ ਹੈ। ਸ਼੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਤੱਕ 31ਵਾਂ ਰਾਗ ਜਿਹੜਾ ਹੈ ਉਹ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵਰਤਿਆ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ 30 ਰਾਗਾਂ ਵਿੱਚ ਗੁਰਬਾਣੀ ਉਚਾਰਨ ਕੀਤੀ ਸੀ। 31ਵਾਂ ਰਾਗ ਜੈ ਜੈਵੰਤੀ ਰਾਗ, ਉਹਦੇ ਵਿੱਚ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਗੁਰਬਾਣੀ ਉਚਾਰਨ ਕੀਤੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵੀ 30 ਰਾਗਾਂ 'ਚ ਗੁਰਬਾਣੀ ਉਚਾਰਨ ਕੀਤੇ। ਉਹਨਾਂ ਦੇ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸ਼ਬਦ ਜਿਨ੍ਹਾਂ ਦੀ ਗਿਣਤੀ 1345 ਹੈ। ਇਸੇ ਤਰ੍ਹਾਂ ਦੇ ਨਾਲ ਉਹਨਾਂ ਨੇ 62 ਛੰਤ ਉਚਾਰਨ ਕੀਤੇ ਹੈ ਤੇ 62 ਹੀ ਉਹਨਾਂ ਨੇ ਅਸ਼ਟਪਦੀਆਂ ਉਚਾਰਨ ਕੀਤੀਆਂ। ਇਸ ਤੋਂ ਇਲਾਵਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ 6 ਵਾਰਾਂ ਉਚਾਰਨ ਕੀਤੀਆਂ ਤੇ ਉਹਨਾਂ 6 ਵਾਰਾਂ ਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਨੁਸਾਰ ਕੁੱਲ 110 ਪੌੜੀਆਂ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਹੁਤ ਸਾਰੀਆਂ ਲਮੇਰੀਆਂ ਬਾਣੀਆਂ ਵੀ ਉਚਾਰਨ ਕੀਤੀਆਂ। ਜਿਵੇਂ ਸਭ ਤੋਂ ਪ੍ਰਸਿੱਧ ਗੁਰਬਾਣੀ ਸਿੱਖ ਜਗਤ ਦੇ ਵਿੱਚ ਸੁਖਮਣੀ ਸਾਹਿਬ ਦੀ ਪਵਿੱਤਰ ਗੁਰਬਾਣੀ ਉਹਨਾਂ ਦੀ ਪੜ੍ਹੀ ਜਾਂਦੀ ਹੈ। ਇਸੇ ਤਰ੍ਹਾਂ ਦੇ ਨਾਲ 12 ਮਾਹਾਂ ਦੀ ਪਵਿੱਤਰ ਗੁਰਬਾਣੀ ਉਚਾਰਨ ਕੀਤੀ, 12 ਮਹੀਨਿਆਂ ਦਾ ਜ਼ਿਕਰ ਕੀਤਾ ਤੇ ਉਹਦੇ ਵਿੱਚ 14 ਪੌੜੀਆਂ। ਸਤਿਗੁਰੂ ਨੇ ਇੱਥੋਂ ਸ਼ੁਰੂ ਕੀਤਾ ਕਿ ਮਨੁੱਖ ਕਿੱਥੋਂ ਵਿਛੜਿਆ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ। ਸਤਿਗੁਰੂ ਨੇ ਇੱਥੋਂ ਰਮਤਾ ਕੀਤੀ ਕਿ ਮਨੁੱਖ ਐਦਾਂ ਆਪਣੇ ਕਰਮਾਂ ਕਰਕੇ ਵਿਛੜਿਆ ਤੇ ਸਤਿਗੁਰੂ ਨੇ ਹਰ ਮਹੀਨੇ ਦੇ ਰਾਹੀਂ ਪਾਵਨ ਪਵਿੱਤਰ ਉਪਦੇਸ਼ ਦਿੱਤਾ ਤੇ ਫਿਰ ਸਮਾਪਤੀ ਦੇ ਉੱਪਰ ਜਾ ਕੇ ਕਿਹਾ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਉਹਨਾਂ ਦੇ ਜ਼ਿੰਦਗੀ ਦੇ ਸਾਰੇ ਕਾਰਜ ਸਫਲ ਹੋ ਗਏ। ਇੱਦਾਂ ਸਤਿਗੁਰੂ ਨੇ ਲੰਬੇਰੀਆਂ ਬਾਣੀਆਂ ਵੀ ਉਚਾਰਨ ਕੀਤੀਆਂ। ਗੁਰਬਾਣੀ, ਬਹੁਤ ਸਾਰੀ ਗੁਰਬਾਣੀ ਦਾ ਖਜ਼ਾਨਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਮਾਨਵਤਾ ਦੀ ਝੋਲੀ ਵਿੱਚ ਪਾਇਆ ਤੇ ਸਤਿਗੁਰੂ ਨੇ ਉਪਦੇਸ਼ ਦਿੱਤਾ। ਫਿਰ ਪਵਿੱਤਰ ਗੁਰਬਾਣੀ ਦੇ ਰਾਹੀਂ ਕੀ ਉਪਦੇਸ਼ ਦਿੱਤਾ? ਇਹ ਮਨੁੱਖ ਜਿਹੜਾ ਧਰਤੀ ਤੇ ਆਇਆ, ਸਤਿਗੁਰੂ ਨੇ ਮਨੁੱਖ ਦੇ ਬਾਰੇ ਦੱਸਿਆ। ਸਤਿਗੁਰੂ ਕਹਿੰਦੇ ਨੇ ਇਹ ਮਨੁੱਖਾ ਜੀਵਨ ਕੀ ਹੈ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਬਚਨ ਤਕਰੀਬਨ ਰੋਜ਼ ਆਪਾਂ ਪੜ੍ਹਦੇ ਹਾਂ। ਸਤਿਗੁਰੂ ਕਹਿੰਦੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।
ये जिहड़ा मनुखा जीवन तैनूं प्राप्त होया ना, ये गोबिंद नूं मिलण वास्ते है, अकाल पुरख वाहिगुरू नूं मिलण वास्ते है। अवर काज तेरे किते ना काम, मिल साध संगत भज केवल नाम। सतगुरु कहंदे धर्म दे नां ते कीते होए बाकी कर्म जिहड़े किसे काम नहीं आउण वाले। केवल ते केवल सत संगत विच जाके अकाल पुरख वाहिगुरू नूं चेते करना चाहिए है। महाराज ने तो इत्थों तक भी कह दिता, कहंदे ये मनुखा जीवन इवें थोड़ी प्राप्त हो गया, कुछ सौखा ही थोड़ी प्राप्त हो गया है। पुछया सतगुरु किवें प्राप्त होया, तो गुरु अर्जन साहब महाराज ही समझा रहे ने, कहंदे ने कि कई जन्म भय कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर बृख जोयो, मिल जगदीश मिलन की बरिया, चिरंकाले दे संजरिया। सतगुरु कहंदे पता नहीं किन्ने क जन्म जिहड़े है वो इत्यादिक तरीके दे नाल जानवर पशु पंछी इन्हां जूनां दे विच मनुख ने बतीत कीते है, ते हुण तैनूं मनुखा जन्म प्राप्त होया चिरंकाल, बड़े चिरां बाद। ते ये मनुखा जीवन किते एवें ही ना निकल जाए, बड़ा लम्मा पंध तय किया है। तो गुरु अर्जन साहब महाराज जी उस पंध के बारे कहते हैं, हूँ आया दूरों चल के। महाराज कहते बड़ी दूर तो तू चल के आया हे मनुख, हूँ आया दूरों चल के, मैं तक्की तो शरण आए जियो। हे अकाल पुरख जी, मैं आप जी की शरण तकदा हाँ, क्योंकि पंध बड़ा लम्मा तय किया है, बड़ी दूर तो चल के आया हाँ, इन्ने सारे जन्मां दे विचों दी होके आया हाँ, तां ये मनुखा जीवन प्राप्त होया है। ते सतगुरु कहंदे इस मनुखा जीवन जिहड़ा प्राप्त होया है, इनू सफल बना। सफल किवें बनावें? अकाल पुरख वाहिगुरू दे नाल जुड़, धर्म दे नाल जुड़। पुछया सतगुरु फिर धर्म की है? महाराज कहंदे धर्म ये है, किहड़ा धर्म? सर्ब धर्म में श्रेष्ठ धर्म, हर को नाम जप निर्मल कर्म। सारे धर्मां तो श्रेष्ठ धर्म ये है, अकाल पुरख वाहिगुरू जी का नाम जप के अपने कर्मां नूं निर्मल करना है, अपने कर्मां नूं पवित्र करना है अकाल पुरख वाहिगुरू जी के नाम दे नाल। ते मेरे सतगुरु ने वो ऐसे अकाल पुरख वाहिगुरू जी के बारे भी दसिया, उन्हां दी परिभाषा दिती कि अकाल पुरख वाहिगुरू किवें दा है, वो की है। सतगुरु कहंदे अकाल पुरख वाहिगुरू सर्व शक्तिमान है, सारियां ताकतां वाला है, जो कुछ करता है उही करन वाला है, दूसरा होर कोई नहीं संसार ते ये गल सतगुरु ने सुखमणी साहब की पवित्र गुरबाणी विच कही। मेरे गुरुदेव कहंदे कारण कारण प्रभ एक है, दूसर नाही कोई। अकाल पुरख वाहिगुरू सारा कुछ करने वाला है, दूसरा कोई नहीं है। नानक तिस बलहार ने जल थल महील सोए, वो रहिंदा किथे है? वो जल विच भी है, थल विच भी है, भाव हा सारियां थावां दे उपर अकाल पुरख वाहिगुरू ही विराजमान है। ते गुरु अर्जन साहब महाराज जी ने जदों उस अकाल पुरख वाहिगुरू की परिभाषा दी ना, महाराज कहंदे अकाल पुरख वाहिगुरू सारियां थावां ते विराजमान। महाराज किवें विराजमान है? ते गुरु अर्जन साहब महाराज कहंदे इवें विराजमान है जिवें सारी बनस्पति दे विच अग है, सारी लकड़ दे विच अग है, पर इवें अग थोड़ी नज़र आउंदी है। उस अग नूं नज़र लियाउण वास्ते बाहरों अग लाउणी पैंदी है, परत के सारी अग विचों प्रगट हो जाती है। गुरु अर्जन साहब महाराज कहंदे जिवें सारे दुध दे विच घिओ है, पर बाहरों घिओ थोड़ी नज़र आउंदा है। घिओ नज़र लियाउण वास्ते उस दुध नूं रिड़कना पैंदा है, तां जाके जाग ला के रिड़कण तो बाद जाके घिओ जिहड़ा वो पैदा हुंदा है। ते गुरु अर्जन साहब महाराज कहंदे इवें जिवें सारी लकड़ दे विच अग है, जिवें सारे दुध दे विच घिओ है, इदां सारियां दे विच अकाल पुरख वाहिगुरू दी जोत है। सतगुरु गुरु अर्जन साहब महाराज कहंदे ने सगल बनस्पत माहे बै संतर, सगल दूध में घिया, ऊच नीच मह जोत समाणी, घट घट माधो जिया। परमात्मा सारियां दे विच है। ते इथों तक क्या जह जह पेखों तहें हजूर, दूर कत हो ना जाए, वो किते दूर थोड़ी है, सारियां दे विच है। जल थल महील पूरिया, रविया विच बना। गुरु अर्जन साहब महाराज ये अकाल पुरख वाहिगुरू बारे दसदे है, वो सारे विच विराजमान है। ते सतगुरु
ਉਸ ਰੱਬ ਦੀ ਫਿਰ ਬੋਲ ਬਾਣੀ ਕਿਵੇਂ ਦੀ ਹੈ ਇਹ ਵੀ ਦੱਸ ਦਿਓ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਮਝਾਉਂਦੇ ਹੈ, ਕਹਿੰਦੇ ਉਸ ਰੱਬ ਦੀ ਬੋਲ ਬਾਣੀ ਇਵੇਂ ਦੀ ਹੈ। ਸਤਿਗੁਰੂ ਕਹਿੰਦੇ ਰੱਬ ਨੂੰ ਸਾਰਾ ਕੁਝ ਕਰਨਾ ਆਉਂਦਾ ਗੁਰੂ ਅਰਜਨ ਸਾਹਿਬ, ਪਰ ਇੱਕ ਚੀਜ਼ ਨਹੀਂ ਆਉਂਦੀ। ਪੁੱਛਿਆ ਸਤਿਗੁਰੂ ਐਸੀ ਕਿਹੜੀ ਚੀਜ਼ ਹੈ ਜਿਹੜੀ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਆਉਂਦੀ, ਬਾਕੀ ਸਾਰਾ ਕੁਝ ਆਉਂਦਾ ਹੈ। ਸਤਿਗੁਰੂ ਕਹਿੰਦੇ ਨੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਤੇ ਸਤਿਗੁਰੂ ਕਹਿੰਦੇ ਰੱਬ ਨੂੰ ਸਾਰਾ ਕੁਝ ਆਉਂਦਾ ਲੇਕਿਨ ਕੌੜਾ ਬੋਲਣਾ ਨਹੀਂ ਆਉਂਦਾ। ਕੌੜਾ ਬੋਲਣਾ ਜਾਣਾ, ਉਹ ਨਹੀਂ ਜਾਣਦਾ ਕੌੜਾ ਬੋਲਣਾ। ਉਹ ਮਿੱਠ ਬੋਲੜਾ ਜੀ, ਉਹ ਮਿੱਠਾ ਹੀ ਬੋਲਦਾ ਹੈ ਤੇ ਉਹਦੀ ਬੋਲੀ ਹੀ ਮਿੱਠੀ ਹੈ। ਤੇ ਸੱਚ ਹੈ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਨਾ, ਉਹਦੀ ਵੀ ਬੋਲ ਬਾਣੀ ਮਿੱਠੀ ਹੋ ਜਾਂਦੀ ਹੈ, ਉਹ ਵੀ ਮਿੱਠਾ ਹੋ ਜਾਂਦਾ ਹੈ। ਇਸੇ ਲਈ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਰੱਬ ਜਿਹੜਾ ਉਹ ਮਿੱਠ ਬੋਲੜਾ ਹੈ। ਸਤਿਗੁਰੂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਕਿਵੇਂ ਜੁੜਿਆ ਜਾ ਸਕੇ? ਸਤਿਗੁਰੂ ਕਹਿੰਦੇ ਜੇ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨਾ ਨਾ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਮਝਾਉਂਦੇ ਹੈ, ਕਹਿੰਦੇ ਇੱਕੋ ਇੱਕ ਤਰੀਕਾ ਹੈ। ਪੁੱਛਿਆ ਜੀ ਉਹ ਕਿਹੜਾ ਤਰੀਕਾ ਹੈ? ਸਤਿਗੁਰੂ ਕਹਿੰਦੇ ਮਤ ਕੋ ਭਰਮ ਭੂਲੇ ਸੰਸਾਰ, ਗੁਰਬਿਨ ਕੋਏ ਨਾ ਉਤਰਸ ਪਾਰ। ਇੱਕੋ ਹੀ ਤਰੀਕਾ ਹੈ, ਮਤਾ ਕਿਤੇ ਹੇ ਸੰਸਾਰ ਭੁਲੇਖੇ ਵਿੱਚ ਪੈ ਜਾਵੇਂ। ਜੇ ਇਹ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਹੈ, ਮੁਕਤ ਹੋਣਾ ਹੈ, ਰੱਬ ਨਾਲ ਜੁੜਨਾ ਹੈ, ਤੇ ਗੁਰਬਿਨ ਕੋਈ ਨਾ ਉਤਰਸ ਪਾਰ, ਗੁਰੂ ਤੋਂ ਬਿਨਾ ਪਾਰ ਉਤਾਰਾ ਨਹੀਂ ਹੋ ਸਕਦਾ। ਸਤਿਗੁਰੂ ਕਿਹੜੇ ਗੁਣ ਹੈ ਗੁਰੂ ਦੇ ਵਿੱਚ? ਸਤਿਗੁਰੂ ਕਹਿੰਦੇ ਗੁਰੂ ਦੇ ਵਿੱਚ ਸਾਰੇ ਗੁਣ ਹੈ। ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ, ਕਹੋ ਨਾਨਕ ਪ੍ਰਭ ਇਹ ਜਣਾਈ, ਬਿਨ ਗੁਰ ਮੁਕਤ ਨਾ ਪਾਈਏ ਭਾਈ। ਗੁਰੂ ਹੀ ਸਾਰਾ ਕੁਝ ਕਰਨ ਵਾਲਾ ਹੈ, ਗੁਰੂ ਰੱਬ ਦਾ ਰੂਪ ਹੈ। ਤੇ ਇਹ ਗੱਲ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਮੈਨੂੰ ਪਰਮੇਸ਼ਰ ਨੇ ਦੱਸੀ ਹੈ ਕਿ ਗੁਰੂ ਤੋਂ ਬਿਨਾ ਪਾਰ ਉਤਾਰਾ ਨਹੀਂ ਹੋ ਸਕਦਾ, ਗੁਰੂ ਤੋਂ ਬਿਨਾ ਪਾਰ ਨਹੀਂ ਉਤਰਿਆ ਜਾ ਸਕਦਾ। ਸਤਿਗੁਰੂ ਜੀ ਜਿਹੜੇ ਗੁਰੂ ਦੇ ਕੋਲ ਇੰਨੇ ਗੁਣ ਹੈ, ਫਿਰ ਗੁਰੂ ਹੈ ਕਿਵੇਂ ਦਾ? ਸਤਿਗੁਰੂ ਗੁਰੂ ਦੀ ਕੀ ਪਰਿਭਾਸ਼ਾ ਹੈ? ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਫਿਰ ਗੁਰੂ ਦੀ ਪਰਿਭਾਸ਼ਾ ਦਿੱਤੀ। ਮਹਾਰਾਜ ਕਹਿੰਦੇ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਉਹ ਗੁਰੂ ਹੈ ਜਿਹਨੇ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ, ਉਹਦਾ ਨਾਂ ਸਤਿਗੁਰੂ ਹੈ। ਜਿਹੜਾ ਸਦੀਵੀ ਸੱਚ ਨਾਲ ਜੁੜ ਗਿਆ ਉਹਦਾ ਨਾਂ ਸਤਿਗੁਰੂ ਹੈ। ਤੇ ਗੁਰਦੇਵ ਕਹਿੰਦੇ ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਗੁਰੂ ਉਹ ਹੈ ਜਿਹਦੇ ਨਾਲ ਲਾ ਕੇ ਬਾਕੀ ਵੀ ਸਾਰੇ ਸਿੱਖਾਂ ਦਾ ਉਧਾਰ ਹੋ ਜਾਵੇ, ਜਿਹੜਾ ਆਪਣੇ ਸਮੇਤ ਆਪਣੇ ਚੇਲਿਆਂ ਦਾ ਆਪਣੇ ਸਿੱਖਾਂ ਦਾ ਉਧਾਰ ਕਰ ਸਕਦਾ, ਉਹ ਗੁਰੂ ਹੈ। ਆਪ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਿਆ ਹੈ, ਆਪਣੇ ਚੇਲਿਆਂ ਦੀ ਉਧਾਰ ਕਰਨ ਦੀ ਸ਼ਮਤਾ ਰੱਖਦਾ, ਸਮਰੱਥਾ ਰੱਖਦਾ, ਉਹ ਗੁਰੂ ਹੈ। ਤੇ ਗੁਰੂ ਦਾ ਸਿੱਖ ਨਾਲ ਕਿੰਨਾ ਕੋ ਪਿਆਰ ਹੈ। ਸਤਿਗੁਰੂ ਕਹਿੰਦੇ ਸਤਿਗੁਰ ਸਿੱਖ ਕੀ ਕਰੈ ਪ੍ਰਿਤਪਾਲ। ਗੁਰੂ ਦਾ ਸਿੱਖ ਦੇ ਨਾਲ ਇਦਾਂ ਦਾ ਪਿਆਰ ਹੈ ਕਿ ਗੁਰੂ ਜਿਹੜਾ ਹੈ ਆਪਣੇ ਸਿੱਖ ਦੀ ਪ੍ਰਤਪਾਲਣਾ ਕਰਦਾ ਹੈ, ਹਰ ਵਕਤ ਕਰਦਾ ਹੈ, ਹਰ ਵਕਤ ਆਪਣੇ ਸਿੱਖ ਦਾ ਧਿਆਨ ਰੱਖਦਾ ਹੈ, ਇੰਨਾ ਪ੍ਰੇਮ ਕਰਦਾ ਹੈ। ਗੁਰੂ ਵੀ ਸਿੱਖ ਦੇ ਨਾਲ ਪ੍ਰੇਮ ਕਰਦਾ ਹੈ ਤੇ ਸਿੱਖ ਵੀ ਗੁਰੂ ਦੇ ਨਾਲ ਪ੍ਰੇਮ ਕਰਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਇਵੇਂ ਗੁਰੂ ਜਿਹੜਾ ਹੈ ਆਪਣੇ ਸਿੱਖਾਂ ਦੀ ਪੈਜ ਰੱਖਦਾ ਹੈ, ਇਵੇਂ ਉਹਨਾਂ ਦੇ ਨਾਲ ਸੰਬੰਧ ਜੋੜ ਕੇ ਰੱਖਦਾ ਹੈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਇਸੇ ਕਰਕੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਧਾਰਨ ਕਰ। ਜੇ ਤੂੰ ਗੁਰੂ ਦੇ ਸ਼ਬਦ ਨੂੰ ਧਾਰਨ ਕਰੇਂਗਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਤੇਰੇ ਦੁਆਲੇ ਕਿੱਦਾਂ ਦੀ ਕਾਰ ਨਿਕਲ ਜਾਏਗੀ, ਜਿਹੜੀ ਕਾਰ ਸਦੀਵੀ ਕਾਲ ਵਾਸਤੇ ਤੈਨੂੰ ਬਚਾ ਸਕਦੀ ਹੈ। ਸਤਿਗੁਰੂ ਨੂੰ ਪੁੱਛਿਆ ਜਾਏ ਮਹਾਰਾਜ ਤੁਸੀਂ ਕਿਰਪਾ ਕਰਕੇ ਦੱਸੋ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਹੋਵੇ, ਗੁਰੂ ਦੇ ਰਾਹੀਂ ਤੇ ਜੁੜਿਆ ਜਾ ਸਕਦਾ ਹੈ, ਤੇ ਇਸ ਮਨ ਦੇ ਵਿੱਚ ਸੁੱਖ ਕਿਵੇਂ ਆਵੇ? ਕਿਉਂਕਿ ਸਾਰਾ ਸੰਸਾਰ ਅੱਜ ਸੁੱਖ ਲੱਭਦਾ ਹੈ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਮਿਲ ਜੇਗਾ। ਸਤਿਗੁਰੂ ਕਿਵੇਂ? ਗੁਰਦੇਵ ਕਹਿੰਦੇ ਮਾਈ ਮੇਰੇ ਮਨ ਕੋ ਸੁੱਖ, ਮੇਰੇ ਮਨ ਵਿੱਚ ਸੁੱਖ ਆ ਗਿਆ। ਤੇ ਕਿਵੇਂ ਆਇਆ? ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣ ਦੇ ਨਾਲ ਆਇਆ। ਤੇ ਸਤਿਗੁਰੂ ਕਹਿੰਦੇ ਕੋਟ ਆਨੰਦ ਰਾਜ ਸੁਖ ਭੁਗਵੈ, ਤੇਰੇ ਅੰਦਰ ਕਰੋੜਾਂ ਰਾਜਾਂ ਦਾ ਸੁਖ ਹੋਏਗਾ। ਕਿਵੇਂ? ਹਰ ਸਿਮਰਤ ਬਿਨਸੈ ਸਭ ਦੁੱਖ।
ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪੇਗਾ, ਉਹਦੇ ਨਾਲ ਤੇਰੇ ਅੰਦਰ ਸੁੱਖ ਆ ਜਾਵੇਗਾ, ਸਾਰੇ ਦੇ ਸਾਰੇ ਦੁੱਖ ਵੀ ਤੇਰੇ ਅੰਦਰ ਦੇ ਖਤਮ ਹੋ ਜਾਣਗੇ। ਨਾਮ ਦੇ ਨਾਲ ਹੀ ਦੁੱਖਾਂ ਦਾ ਨਾਸ਼ ਹੁੰਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਪੁੱਛੀਏ, ਸਤਿਗੁਰੂ ਨਾਮ ਕਦੋਂ ਜਪਣਾ ਹੈ? ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਊਠਤ ਬੈਠਤ ਸੋਵਤ ਨਾਮ। ਉੱਠਦਿਆਂ ਵੀ ਬੈਠਦਿਆਂ ਵੀ ਹਰ ਵਕਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਜਪਣਾ ਹੈ। ਐਸਾ ਕੋਈ ਸਵਾਸ ਨਹੀਂ ਹੋਣਾ ਚਾਹੀਦਾ ਜਿਹੜਾ ਸਵਾਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਚਲਿਆ ਜਾਏ। ਸਤਿਗੁਰੂ ਕਿਉਂ? ਮਹਾਰਾਜ ਕਹਿੰਦੇ, ਇਸ ਕਰਕੇ ਜਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਜਿਹਦੀ ਕਿਰਪਾ ਦੇ ਨਾਲ 36 ਪ੍ਰਕਾਰ ਦੇ ਭੋਜਨ ਖਾਂਦਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਅੰਦਰ ਟਿਕਾ ਕੇ ਰੱਖ। ਜਿੱਥੇ ਸਤਿਗੁਰੂ ਨੇ ਗੁਰੂ ਦੇ ਬਾਰੇ, ਰੱਬ ਦੇ ਬਾਰੇ, ਮਨੁੱਖਾ ਜੀਵਨ ਦੇ ਬਾਰੇ, ਮੁਕਤੀ ਕਿਵੇਂ ਪ੍ਰਾਪਤ ਕਰਨੀ ਹੈ, ਸਾਰੀਆਂ ਗੱਲਾਂ ਦਾ ਸਤਿਗੁਰੂ ਨੇ ਉਪਦੇਸ਼ ਦਿੱਤਾ। ਉੱਥੇ ਭਾਰਤ ਵਿੱਚ ਕੀਤੇ ਜਾਣ ਵਾਲੇ ਕਰਮ ਕੰਡਾਂ ਦਾ ਵੀ ਸਤਿਗੁਰੂ ਸਾਹਿਬ ਜੀ ਨੇ ਖੁੱਲ੍ਹ ਕੇ ਪਖੰਡ ਉਘੇੜ ਕੇ ਸੰਸਾਰ ਦੇ ਸਾਹਮਣੇ ਰੱਖਿਆ ਹੈ। ਸਤਿਗੁਰੂ ਜੀ ਨੇ ਪੂਰੇ ਦਾ ਪੂਰਾ ਇੱਕ ਮੁਬਾਰਕ ਪਦਾ ਉਚਾਰਨ ਕਰਕੇ, ਅਸ਼ਟਪਦੀ ਉਚਾਰਨ ਕਰਕੇ ਤੇ ਸੰਸਾਰ ਨੂੰ ਸਮਝਾਇਆ ਕਿ ਇਹ ਸੰਸਾਰ ਦੇ ਲੋਗੋ, ਕਰਮ ਕਾਂਡ ਵਹਿਮ ਭਰਮ ਤੇ ਪਖੰਡਾਂ 'ਚ ਪਾ ਕੇ ਦੁਨੀਆ ਦੇ ਲੋਕਾਂ ਨੇ ਕਿਵੇਂ ਸੰਸਾਰ ਨੂੰ ਲੁੱਟਿਆ। ਤੇ ਮੇਰੇ ਗੁਰਦੇਵ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਹਦੇ ਬਾਰੇ ਕਿਹਾ। ਸਤਿਗੁਰੂ ਕਹਿੰਦੇ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਬਿਲਕੁਲ ਸੰਖੇਪ ਵਿੱਚ ਬੇਨਤੀ ਕਰਾਂ ਕਿ ਸਤਿਗੁਰੂ ਕਹਿੰਦੇ ਇਹਨਾਂ ਤਰੀਕਿਆਂ ਦੇ ਨਾਲ ਨਹੀਂ ਮਿਲਿਆ ਜਾ ਸਕਦਾ। ਸਤਿਗੁਰੂ ਕਿਹੜੇ ਤਰੀਕੇ ਹੈ? ਦੁਨੀਆ ਦੇ ਲੋਕਾਂ ਨੇ ਕਿਹਾ ਵੇਦ ਪੜ੍ਹਨੇ ਚਾਹੀਦੇ ਆ, ਸਿਮਰਤੀਆਂ ਪੜ੍ਹਨੀਆਂ ਚਾਹੀਦੀਆਂ, ਸ਼ਾਸਤਰ ਪੜ੍ਹਨੇ ਚਾਹੀਦੇ ਹੈ, ਕਈ ਤਰ੍ਹਾਂ ਦੇ ਨਾਲ ਸਿੱਧਾਂ ਨੇ ਕਿਹਾ 84 ਤਰ੍ਹਾਂ ਦੇ ਆਸਨ ਕਰਨੇ ਚਾਹੀਦੇ ਹੈ। ਸਤਿਗੁਰੂ ਕਹਿੰਦੇ ਇਹ ਸਾਰਾ ਕੁਝ ਵੀ ਕਰ ਲੈ ਤਾਂ ਵੀ ਪਿਆਰੇ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪਾਠ ਪੜ੍ਹਿਓ ਆਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਚ ਜਣਾ ਸਿਓ ਸੰਗ ਨਾ ਛੁਟਕਿਓ, ਅਦਕ ਅਹਮ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਸਤਿਗੁਰੂ ਕਹਿੰਦੇ ਫਿਰ ਕੀ ਕਰਾਂ? ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਗੁਰੂ ਦੀ ਸ਼ਰਨ ਵਿੱਚ ਆ ਤਾਂ ਤੈਨੂੰ ਨਿਰਮਲ ਬੁੱਧੀ ਦੀ ਪ੍ਰਾਪਤੀ ਹੋਵੇਗੀ। ਉਸ ਵਕਤ ਲੋਕ ਚੁੱਪ ਕਰਕੇ ਕਹਿੰਦੇ ਰੱਬ ਦੀ ਪ੍ਰਾਪਤੀ ਹੁੰਦੀ ਹੈ। ਲੋਕ ਕਹਿੰਦੇ ਹੱਥਾਂ ਤੇ ਰੱਖ ਕੇ ਪ੍ਰਸ਼ਾਦਾ ਛਕਣਾ ਚਾਹੀਦਾ, ਥਾਲੀ ਦੀ ਵੀ ਲੋੜ ਨਹੀਂ, ਇੱਦਾਂ ਰੱਬ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਨੇ ਇਹ ਸਾਰੇ ਕਰਮ ਕਾਂਡਾਂ ਦਾ ਜ਼ਿਕਰ ਕੀਤਾ ਤੇ ਕੀ ਕਿਹਾ? ਗੁਰਦੇਵ ਕਹਿੰਦੇ, ਮੌਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੇ ਨਾਹੀ। ਸਤਿਗੁਰੂ ਕਹਿੰਦੇ ਭਾਵੇਂ ਸਾਰੀ ਧਰਤੀ ਦਾ ਭ੍ਰਮਣ ਕਰ ਲੈ, ਭਾਵੇਂ ਬਸਤਰ ਵੀ ਉਤਾਰ ਦੇ, ਪਰ ਐਵੇਂ ਕਰਕੇ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ, ਦੁਬਦਾ ਤੋਂ ਛੁਟਕਾਰਾ ਨਹੀਂ ਮਿਲ ਸਕਦਾ। ਮਨ ਕਾਮਣਾ ਤੀਰਥ ਜਾਏ ਬਸਿਓ, ਸਿਰ ਕਰ ਵਤ ਧਰਾਇਓ। ਉਸ ਵਕਤ ਇੱਕ ਆਰਾ ਲੱਗਾ ਹੋਇਆ ਸੀ ਬਨਾਰਸ ਦੇ ਵਿੱਚ। ਜਿਹੜੇ ਆਰੇ ਦੇ ਨਾਲ ਉਸ ਵਕਤ ਜਿਹੜਾ ਹੈ ਨਾ, ਕਹਿੰਦੇ ਕਿ ਜਿਹੜਾ ਬ੍ਰਾਹਮਣ ਨੂੰ ਦਾਨ ਦੇ ਕੇ ਉਸ ਆਰੇ ਦੇ ਥੱਲੇ ਆਣ ਕੇ ਮਰ ਜਾਏਗਾ, ਉਹਨੂੰ ਰੱਬ ਦੀ ਪ੍ਰਾਪਤੀ ਹੋ ਜਾਏਗੀ। ਮਹਾਰਾਜ ਕਹਿੰਦੇ ਸਿਰ ਕਰ ਵਤ ਧਰਾਏ, ਆਪਣੇ ਸਿਰ ਨੂੰ ਆਰੇ ਦੇ ਥੱਲੇ ਕਰਕੇ ਭਾਵੇਂ ਚਰਵਾਲਾ ਤਾਂ ਵੀ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਲੋਕ ਕਹਿੰਦੇ ਦਾਨ ਦੇਣ ਦੇ ਨਾਲ ਰੱਬ ਦੀ ਪ੍ਰਾਪਤੀ ਹੁੰਦੀ। ਮਹਾਰਾਜ ਕਹਿੰਦੇ ਕਦਾਚਿਤ ਵਾਸਤੇ ਨਹੀਂ। ਕਣਕ ਕਾਮਣੀ ਹੈਵਰ ਗੈਵਰ, ਬਹੁ ਬਿਦ ਦਾਨ ਦਤਾਰਾ। ਤੂੰ ਆਪਣੀ ਇਸਤਰੀ ਦਾਨ ਕਰ ਦੇ, ਸੋਨਾ ਚਾਂਦੀ ਹੀਰੇ ਮੋਤੀ ਦਾਨ ਕਰ ਦੇ, ਇਹ ਸਾਰਾ ਦਾਨ ਕਰਨ ਦੇ ਬਾਵਜੂਦ ਵੀ ਅੰਨ ਬਸਤਰ ਭੂਮ ਬਹੁ ਅਰਪੈ ਨਹਿ ਮਿਲੀਏ ਹਰ ਦੁਆਰਾ। ਅੰਨ ਦਾਨ ਕਰ, ਬਸਤਰ ਦਾਨ ਕਰ, ਨਹਿ ਮਿਲੀਏ ਹਰ ਦੁਆਰਾ। ਇਵੇਂ ਕਰਕੇ ਵੀ ਰੱਬ ਦੀ ਦਾਤ ਤੈਨੂੰ ਨਹੀਂ ਮਿਲ ਸਕਦੀ, ਬਖਸ਼ਿਸ਼ ਤੈਨੂੰ ਨਹੀਂ ਮਿਲ ਸਕਦੀ, ਪਰਮਾਤਮਾ ਦੀ ਪ੍ਰਾਪਤੀ ਨਹੀਂ ਮਿਲ ਸਕਦੀ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੰਖੇਪ ਵਿੱਚ ਕਹਿਣਾ ਹੋਵੇ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਇਹ ਧਰਮ ਦੇ ਨਾਂ ਤੇ ਕੀਤੇ ਜਾਣ ਵਾਲੇ ਕੰਮ, ਇਹ ਸਾਰੇ ਪਖੰਡ ਹੈ, ਇਹਨਾਂ ਸਾਰਿਆਂ ਨੂੰ ਛੱਡ ਕੇ ਕੇਵਲ ਰੱਬ ਦੇ ਨਾਲ ਜੁੜਨਾ ਚਾਹੀਦਾ ਹੈ। ਸਤਿਗੁਰੂ ਕਹਿੰਦੇ ਨੇ, ਕਰਮ ਧਰਮ ਪਾਖੰਡ ਜੋ ਦਿਸੈ, ਤਿਨ ਜਮ ਜਗਾਤੀ ਲੁਟੈ, ਨਿਰਵਾਣ ਕੀਰਤਨ ਗਾਵਹੋ ਕਰਤੇ ਕਾ, ਨਿਮਖ ਸਿਮਰਤ ਜਿਤ ਛੁਟੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨ ਦਾ ਯਤਨ ਕਰ। ਸਤਿਗੁਰੂ ਜੀਵਨ ਮੁਕਤ ਕਿਵੇਂ ਹੋਵੇ, ਕਿਵੇਂ ਘਰ ਵਿੱਚ ਰਹਿੰਦਿਆਂ ਹੋਇਆਂ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਿਆ ਜਾਏ
ਤੇ ਮਹਾਰਾਜ ਨੇ ਬੜਾ ਸੌਖਾ ਤਰੀਕਾ ਦੱਸਿਆ। ਸਤਿਗੁਰੂ ਕਹਿੰਦੇ ਨਾ ਘਰ ਛੱਡਣ ਦੀ ਲੋੜ ਹੈ, ਨਾ ਘਰੋਂ ਬਾਹਰ ਨਿਕਲਣ ਦੀ ਲੋੜ ਹੈ, ਤੇ ਨਾ ਹੀ ਸਾਰਾ ਕੁਝ ਤਿਆਗਣ ਦੀ ਲੋੜ ਹੈ। ਘਰ ਵਿੱਚ ਰਹਿੰਦਿਆਂ ਹੋਇਆਂ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰਨਾ। ਮਹਾਰਾਜ ਕਹਿੰਦੇ ਨਾਨਕ ਸਤਿਗੁਰ ਭੇਟਿਐ ਪੂਰੀ ਹੋਵੇ ਜੁਗਤ, ਹਸਾਉਂਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿਚੇ ਹੋਵੇ ਮੁਕਤ। ਆਹ ਗੁਰਮਤਿ ਦਾ ਸਿਧਾਂਤ ਹੈ। ਸਾਰਾ ਕੁਝ ਕਰਦਿਆਂ ਹੋਇਆਂ ਵਿਚੇ ਮੁਕਤ ਹੋਣਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਪਵਿੱਤਰ ਗੁਰਬਾਣੀ ਦੇ ਰਾਹੀਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਆਪਣੇ ਅੰਦਰ ਧਾਰਨ ਕਰਨ ਦਾ ਯਤਨ ਕਰੀਏ। ਬਾਹਰ ਦੇ ਪਖੰਡ, ਬਾਹਰ ਦੇ ਭਰਮ, ਬਾਹਰ ਦੇ ਵਹਿਮ, ਇਹ ਸਾਰਾ ਕੁਝ ਛੱਡ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਦਾ ਯਤਨ ਕਰੀਏ, ਜਿਹਨੂੰ ਸਤਿਗੁਰੂ ਨੇ ਪਵਿੱਤਰ ਗੁਰਬਾਣੀ ਵਿੱਚ ਕਿਹਾ ਜਪੋ ਤਾਂ ਏਕੋ ਨਾਮਾ ਅਵਰ ਨਰਾਫਲ ਕੰਮ। ਬਾਕੀ ਸਾਰੇ ਕੀਤੇ ਕੰਮ ਵਿਅਰਥ ਹੈ, ਇੱਕ ਨਾਮ ਦੇ ਨਾਲ ਜੁੜਨ ਦਾ ਯਤਨ ਕਰ। ਇਹੀ ਬਚਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵੀ ਸਾਨੂੰ ਸਮਝਾਇਆ। ਏਕੋ ਜਪ ਏਕੋ ਸਲਾਹ, ਇੱਕ ਦੇ ਨਾਲ ਜੁੜੀਏ, ਆ ਪਖੰਡਾਂ ਨੂੰ ਛੱਡੀਏ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਥਾਹ ਖਜ਼ਾਨਾ ਦਿੱਤਾ ਹੈ। ਇਸ ਖਜ਼ਾਨੇ ਨਾਲ ਜੁੜ ਕੇ ਆਪਣੇ ਮਨੁੱਖਾ ਜੀਵਨ ਨੂੰ ਸਵਾਰਨ ਦਾ ਯਤਨ ਕਰੀਏ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਿਧਾਂਤ ਦੇ ਉੱਪਰ ਪਹਿਰਾ ਦਿੰਦੇ ਹੋਏ ਸ਼ਹਾਦਤ ਦਾ ਜਾਮ ਪੀਤਾ। ਉਹਨਾਂ ਦੇ ਇਹ ਪਾਏ ਹੋਏ ਪੂਰਨਿਆਂ ਦੇ ਉੱਪਰ ਚੱਲਣ ਦਾ ਯਤਨ ਕਰੀਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਗ ਨੂੰ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੀ ਫੁਲਵਾੜੀ ਨੂੰ ਦੁਨੀਆ ਤੱਕ ਖਲੇਰਨ ਦਾ ਯਤਨ ਕਰੀਏ, ਤਾਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦਾ ਇਹ ਬਾਗ ਹਮੇਸ਼ਾ ਮਹਿਕਦਾ ਰਹੇ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰ ਦੇਣੀਆਂ, ਅੱਗੇ ਵਾਸਤੇ ਸਮੱਤ ਬਖਸ਼ਣੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ